ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਟਰੂਡੋ ਦੀ ਬਾਈਡਨ ਦੇ ਨਾਲ ਹੋਵੇਗੀ ਮੁਲਾਕਾਤ, ਦੋਹਾਂ ਨੇਤਾਵਾਂ ਦੀ ਪਹਿਲੀ ਵਾਰ ਹੋਵੇਗੀ ਮੀਟਿੰਗ। ਜਗਮੀਤ ਸਿੰਘ ਨੇ ਚੁੱਕੀ ਸਹੁੰ, ਪਤਨੀ ਦੇ ਨਾਲ ਸਾਂਝੀ ਕੀਤੀ ਤਸਵੀਰ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਅਜੇ ਵੀ ਨਹੀਂ ਨਿਕਲਿਆ ਵੱਡਾ ਡਰਾਅ। ਅਲਬਰਟਾ ਨੇ ਕੱਢਿਆ ਡਰਾਅ, 248 ਉਮੀਦਵਾਰਾਂ ਨੂੰ ਮਿਲੇ ਸੱਦੇ। ਪਾਬੰਦੀਆਂ ਹਟਾਉਣ ਬਾਰੇ ਓਨਟਾਰੀਓ ਤੋਂ ਜਾਣਕਾਰੀ, ਰੀਓਪਨਿੰਗ ਪਲਾਨ ਤੇ ਲੱਗੀ ਰੋਕ। ਅਮਰੀਕਾ ਦੇ ਵਿੱਚ ਟੁੱਟੇ ਮਹਿੰਗਾਈ ਦੇ ਰਿਕਾਰਡ, ਤਾਜ਼ਾ ਜਾਣਕਾਰੀ ਆਈ ਸਾਹਮਣੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਪਹਿਲੀ ਵਾਰ ਇਨ ਪਰਸਨ ਮੀਟਿੰਗ ਹੋਣ ਜਾ ਰਹੀ ਹੈ। ਇਸ ਦੇ ਵਿੱਚ ਮੈਕਸੀਕੋ ਦੇ ਰਾਸ਼ਟਰਪਤੀ ਵੀ ਮੌਜੂਦ ਹੋਣਗੇ। ਇਹਨਾਂ ਤਿੰਨਾਂ ਲੀਡਰਸ ਦੇ ਵੱਲੋਂ ਕਈ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਜਾਵੇਗੀ, ਜਿਸ ਬਾਰੇ ਜਾਣਕਾਰੀ ਵਾਈਟ ਹਾਊਸ ਵੱਲੋਂ ਦਿੱਤੀ ਗਈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਤਿੰਨਾਂ ਲੀਡਰਸ ਦੇ ਵੱਲੋਂ ਕਈ ਮੁੱਦੇ, ਜਿਸ ਦੇ ਵਿੱਚ ਕਲਾਈਮੇਟ ਚੇਂਜ ਤੇ ਕਰੋਨਾ ਵਾਇਰਸ ਤੇ ਸ਼ਾਮਲ ਹੈ, ਇਸ ਦੇ ਉੱਪਰ ਵਿਚਾਰ ਕੀਤੇ ਜਾਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜੋ ਬਾਈਡਨ ਦੇ ਨਾਲ ਇਨ ਪਰਸਨ ਮੁਲਾਕਾਤ ਹੋਣ ਵਾਲੀ ਹੈ। ਜਸਟਿਨ ਟਰੂਡੋ ਯੂਐਸ ਅਤੇ ਮੈਕਸੀਕੋ ਦੇ ਰਾਸ਼ਟਰਪਤੀਆਂ ਦੇ ਨਾਲ ਪਹਿਲੀ ਵਾਰ ਇਨ ਪਰਸਨ ਮੀਟਿੰਗ ਕਰਨਗੇ। ਇਸ ਬਾਰੇ ਵਾਈਟ ਹਾਊਸ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ 18 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇ ਮੈਨੂਅਲ ਲੋਪੇਜ਼ ਵਾਸ਼ਿੰਗਟਨ ਡੀਸੀ ਦੇ ਵਿੱਚ ਇਨ ਪਰਸਨ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ 2016 ਦੌਰਾਨ ਆਟਵਾ ਦੇ ਵਿੱਚ ਮੀਟਿੰਗ ਹੋਈ ਸੀ। ਹੁਣ 2016 ਤੋਂ ਬਾਅਦ ਤਿੰਨ ਨੇਤਾਵਾਂ ਦੀ ਆਪਸ ਦੇ ਵਿੱਚ ਪਹਿਲੀ ਵਾਰ ਇਨ ਪਰਸਨ ਮੀਟਿੰਗ ਹੋਣ ਵਾਲੀ ਹੈ। ਇਸ ਬਾਰੇ ਵਾਈਟ ਹਾਊਸ ਦੇ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹਨਾਂ ਤਿੰਨਾਂ ਲੀਡਰਸ ਦੇ ਵੱਲੋਂ ਆਪਸ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਜਾਵੇਗੀ, ਜਿਸ ਦੇ ਵਿੱਚ ਕੋਵਿਡ ਅਤੇ ਇਸ ਦੇ ਖਿਲਾਫ ਸੁਰੱਖਿਆ, ਤਿੰਨਾਂ ਦੇਸ਼ਾਂ ਦੇ ਆਪਸੀ ਸੰਬੰਧ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਤਿੰਨਾਂ ਲੀਡਰਸ ਦੇ ਵੱਲੋਂ ਕਲਾਈਮੇਟ ਚੇਂਜ ਵਰਗੇ ਮੁੱਦੇ ਦੇ ਉੱਪਰ ਵੀ ਵਿਚਾਰ ਕੀਤੀ ਜਾਵੇਗੀ। ਦੱਸ ਦਈਏ ਕਿ ਜੋ ਬਾਈਡਨ ਅਤੇ ਲੋਪੇਜ਼ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਹਿਲੀ ਵਾਰ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ 2016 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਬਰੈਕ ਓਬਾਮਾ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਪੇਨਾ ਦੇ ਨਾਲ ਟਰੂਡੋ ਦੀ ਮੁਲਾਕਾਤ ਹੋਈ ਸੀ। ਇਸ ਦੌਰਾਨ ਵੀ ਤਿੰਨਾਂ ਦੇਸ਼ਾਂ ਦੇ ਵੱਲੋਂ ਕਈ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਬਤੌਰ ਐਮਪੀ ਸਹੁੰ ਚੁੱਕੀ ਗਈ, ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਦਿੱਤੀ। ਜਗਮੀਤ ਸਿੰਘ ਵੱਲੋਂ ਆਪਣੀ ਪਤਨੀ ਦੇ ਨਾਲ ਤਸਵੀਰ ਸਾਂਝੀ ਕੀਤੀ ਗਈ, ਜਿਸ ਦੌਰਾਨ ਉਹਨਾਂ ਕਿਹਾ ਕਿ ਕੈਨੇਡੀਅਨਸ ਦੇ ਹੱਕਾਂ ਦੇ ਵਾਸਤੇ ਉਹ ਹਮੇਸ਼ਾ ਲੜਦੇ ਰਹਿਣਗੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਬਤੌਰ ਐਮਪੀ ਸਹੁੰ ਚੁੱਕੀ ਗਈ ਹੈ, ਜਿਸ ਦੀ ਜਾਣਕਾਰੀ ਖੁਦ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ। ਇਸ ਦੌਰਾਨ ਜਗਮੀਤ ਸਿੰਘ ਵੱਲੋਂ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਗਿਆ, ਸਵਰਨ ਇਨ ਐਂਡ ਰੈਡੀ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਆਪਣੀ ਪਤਨੀ ਗੁਰਕਿਰਨ ਕੌਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਦੇ ਨਾਲ ਹੀ ਉਹਨਾਂ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਵੱਲੋਂ ਐਮਪੀ ਦੇ ਤੌਰ ਦੇ ਉੱਪਰ ਸਹੁੰ ਚੁੱਕੀ ਗਈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਨਿਊ ਡੈਮੋਕ੍ਰੇਟਸ ਕੈਨੇਡਾ ਵਾਸੀਆਂ ਦੀਆਂ ਜ਼ਰੂਰਤਾਂ ਤੇ ਉਹਨਾਂ ਦੇ ਹੱਕਾਂ ਦੇ ਵਾਸਤੇ ਲੜਾਈ ਜਾਰੀ ਰੱਖਣਗੇ, ਤਾਂ ਕਿ ਕੈਨੇਡਾ ਵਾਸੀਆਂ ਦੀ ਮਦਦ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਇੱਕ ਚਰਚਾ ਚੱਲ ਰਹੀ ਸੀ ਕਿ ਇਸ ਵਾਰ ਵੀ ਐਨਡੀਪੀ ਵੱਲੋਂ ਲਿਬਰਲਸ ਨੂੰ ਸਪੋਰਟ ਦਿੱਤੀ ਜਾ ਸਕਦੀ ਹੈ, ਪਰ ਇਸ ਤਰ੍ਹਾਂ ਦੀਆਂ ਖਬਰਾਂ ਦਾ ਜਵਾਬ ਜਗਮੀਤ ਸਿੰਘ ਵੱਲੋਂ ਦਿੱਤਾ ਗਿਆ। ਜੋ ਕੰਜ਼ਰਵੇਟਿਵ ਦੇ ਲੀਡਰ ਐਰੀਨੋ ਟੂਲ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ, ਇਸ ਦਾ ਜਵਾਬ ਵੀ ਜਗਮੀਤ ਸਿੰਘ ਦਿੰਦੇ ਹੋਏ ਨਜ਼ਰ ਆਏ ਨੇ। ਦਰਅਸਲ ਐਰੀਨੋ ਟੂਲ ਨੇ ਕਿਹਾ ਕਿ ਐਨਡੀਪੀ ਅਤੇ ਲਿਬਰਲ ਕੋਲੀਜਨ ਕੈਨੇਡਾ ਦੀ ਆਰਥਿਕਤਾ ਦੇ ਵਾਸਤੇ ਡਿਜ਼ਾਸਟਰ ਹੈ, ਜਿਸ ਦਾ ਜਵਾਬ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਜੇ ਕੋਈ ਵੀ ਫਾਰਮਲ ਪ੍ਰਪੋਜ਼ਲ ਨਹੀਂ ਮਿਲਿਆ, ਅਜੇ ਸਿਰਫ ਇਨਫਾਰਮਲ ਤਰੀਕੇ ਦੇ ਨਾਲ ਹੀ ਗੱਲ ਹੋਈ ਹੈ। ਇਸ ਤੋਂ ਪਹਿਲਾਂ ਹੀ ਜਗਮੀਤ ਸਿੰਘ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜੇਕਰ ਲਿਬਰਲ ਐਨਡੀਪੀ ਦੀ ਸਪੋਰਟ ਚਾਹੁੰਦੀ ਹੈ ਤਾਂ ਫਿਰ ਉਹਨਾਂ ਨੂੰ ਕੁਝ ਮੁੱਦਿਆਂ ਦੇ ਉੱਪਰ ਪਹਿਲ ਦੇ ਆਧਾਰ ਦੇ ਉੱਪਰ ਕੰਮ ਕਰਨਾ ਪਵੇਗਾ। ਆਈਆਰਸੀਸੀ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 700 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ। ਦੱਸ ਦਈਏ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੀਐਨਪੀ ਸਪੈਸੀਫਿਕ ਡਰਾਅ ਕੱਢਿਆ ਗਿਆ। ਅਜੇ ਵੀ ਉਹਨਾਂ ਵੱਲੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਫਿਰ ਫੈਡਰਲ ਲੈਵਲ ਦੇ ਡਰਾਅ ਦਾ ਐਲਾਨ ਨਹੀਂ ਕੀਤਾ। ਉਮੀਦ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਐਲਾਨ ਹੋ ਜਾਵੇ, ਪਰ ਅਜੇ ਇਸ ਬਾਰੇ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਸਾਹਮਣੇ ਨਹੀਂ ਆਈ। ਆਈਆਰਸੀਸੀ ਵੱਲੋਂ ਪੀਐਨਪੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਤਾਜ਼ਾ ਪੀਐਨਪੀ ਡਰਾਅ ਦੇ ਵਿੱਚ ਪੈਂਡੇਮਿਕ ਦੌਰਾਨ ਸੈਕੰਡ ਲੋਐਸਟ ਸੀਆਰਐਸ ਰਿਕਾਰਡ ਕੀਤਾ ਗਿਆ। ਆਈਆਰਸੀਸੀ ਵੱਲੋਂ ਨਵੰਬਰ 10 ਨੂੰ ਐਕਸਪ੍ਰੈਸ ਐਂਟਰੀ ਪੀਐਨਪੀ ਸਪੈਸੀਫਿਕ ਡਰਾਅ ਕੱਢਿਆ ਗਿਆ, ਜਿਸ ਵਿੱਚ ਉਹਨਾਂ ਵੱਲੋਂ 775 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਦੱਸ ਦਈਏ ਕਿ ਹੁਣ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਵੱਲੋਂ ਲਗਾਤਾਰ ਪੀਐਨਪੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾ ਰਹੇ ਹਨ। ਇਸ ਤੋਂ ਪਹਿਲਾਂ ਜੋ ਪੀਐਨਪੀ ਸਪੈਸੀਫਿਕ ਡਰਾਅ ਕੱਢਿਆ ਗਿਆ, ਉਸ ਦੇ ਵਿੱਚ 888 ਇਨਵੀਟੇਸ਼ਨ ਦਿੱਤੇ ਗਏ ਸਨ, ਜਿਸ ਦੇ ਵਿੱਚ 744 ਸਕੋਰਸ ਦੀ ਜ਼ਰੂਰਤ ਸੀ। ਪਰ ਜੋ ਤਾਜ਼ਾ ਡਰਾਅ ਕੱਢਿਆ ਗਿਆ, ਇਸ ਦੇ ਵਿੱਚ ਪੈਂਡੇਮਿਕ ਦੌਰਾਨ ਸੈਕੰਡ ਲੋਐਸਟ ਕੱਟ ਆਫ ਸਕੋਰ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਸਾਲ ਦੇ ਵਾਸਤੇ ਟਾਰਗੇਟ ਤੈਅ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਇਸ ਸਾਲ 4,01,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਪਰ ਹੁਣ ਸਾਲ ਖਤਮ ਹੋਣ ਦੇ ਵਿੱਚ ਸਿਰਫ 2 ਮਹੀਨੇ ਦਾ ਸਮਾਂ ਰਹਿ ਗਿਆ ਤੇ ਅਜੇ ਤੱਕ ਇਹ ਟਾਰਗੇਟ ਪੂਰਾ ਨਹੀਂ ਹੋ ਸਕਿਆ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਕੋਈ ਵੱਡਾ ਸਰਪ੍ਰਾਈਜ਼ ਲੈ ਕੇ ਆਵੇ। ਉਨ੍ਹਾਂ ਵੱਲੋਂ ਫਰਵਰੀ 13 ਵਰਗਾ ਕੁਝ ਕੀਤਾ ਜਾ ਸਕਦਾ ਹੈ ਜਾਂ ਫਿਰ ਮਈ ਦੌਰਾਨ ਜੋ ਪ੍ਰੋਗਰਾਮ ਲਿਆਂਦੇ ਗਏ ਉਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ। ਪਰ ਫਿਲਹਾਲ ਅਜੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। IRCC ਦੀ ਜੋ ਇੱਕ ਤਾਜ਼ਾ ਮੀਟਿੰਗ ਹੋਈ ਸੀ ਉਸ ਦੇ ਵਿੱਚ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਫੈਡਰਲ ਲੈਵਲ ਦਾ ਡਰਾਅ ਕਦੋਂ ਐਲਾਨ ਕੀਤਾ ਜਾਵੇਗਾ, ਕਿਉਂਕਿ ਬਹੁਤ ਸਾਰੀਆਂ ਨਜ਼ਰਾਂ ਇਸ ਸਮੇਂ ਟਿਕੀਆਂ ਹੋਈਆਂ ਨੇ ਕਿ IRCC ਫੈਡਰਲ ਲੈਵਲ ਦਾ ਡਰਾਅ ਕਦੋਂ ਐਲਾਨ ਕਰਦੀ ਹੈ। ਅਲਬਰਟਾ ਵੱਲੋਂ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਅਲਬਰਟਾ ਵੱਲੋਂ ਜੋ ਡਰਾਅ ਐਲਾਨ ਕੀਤਾ ਗਿਆ, ਇਸ ਦੇ ਵਿੱਚ 248 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਅਲਬਰਟਾ ਵੱਲੋਂ ਤਾਜ਼ਾ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਅਲਬਰਟਾ ਵੱਲੋਂ ਜੋ ਅਕਤੂਬਰ 26 ਨੂੰ ਡਰਾਅ ਕੱਢਿਆ ਗਿਆ, ਉਸ ਬਾਰੇ ਜਾਣਕਾਰੀ ਹੁਣ ਪ੍ਰੋਵਿੰਸ ਵੱਲੋਂ ਸਾਂਝੀ ਕੀਤੀ ਗਈ ਹੈ। ਸੂਬੇ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ PNP ਡਰਾਅ ਦੇ ਤਹਿਤ 248 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ, ਉਨ੍ਹਾਂ ਕੋਲ ਘੱਟੋ-ਘੱਟ 300 ਸਕੋਰਸ ਹੋਣੇ ਜ਼ਰੂਰੀ ਸਨ। ਦੱਸ ਦਈਏ ਕਿ ਅਲਬਰਟਾ ਵੱਲੋਂ ਕੱਢਿਆ ਇਹ ਲਗਾਤਾਰ 6ਵਾਂ ਅਜਿਹਾ ਡਰਾਅ ਹੈ ਜਿੱਥੇ ਕੱਟ ਆਫ ਸਕੋਰ 300 ਦਾ ਰਿਹਾ। ਹੁਣ ਤੱਕ ਅਲਬਰਟਾ ਵੱਲੋਂ ਇਸ ਸਾਲ ਦੌਰਾਨ ਕਈ ਡਰਾਅ ਐਲਾਨ ਕੀਤੇ ਜਾ ਚੁੱਕੇ ਹਨ, ਜਿਸ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਅਲਬਰਟਾ ਵੱਲੋਂ ਹੁਣ ਤੱਕ ਜਿੰਨੇ ਡਰਾਅ ਕੱਢੇ ਗਏ, ਉਸ ਦੇ ਵਿੱਚ 6,158 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਸਮੇਂ ਅਲਬਰਟਾ ਵੱਲੋਂ 6,250 ਨੋਮੀਨੇਸ਼ਨ ਜਾਰੀ ਕਰਨੇ ਹਨ। ਜਿਨੇ ਇਨਵੀਟੇਸ਼ਨ ਪ੍ਰੋਵਿੰਸ ਦੇ ਵੱਲੋਂ ਹੁਣ ਤੱਕ ਦਿੱਤੇ ਜਾ ਚੁੱਕੇ ਨੇ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਜਲਦ ਹੀ ਇਹ ਟਾਰਗੇਟ ਪੂਰਾ ਹੋ ਜਾਵੇਗਾ। ਪਰ ਦੂਜੇ ਪਾਸੇ ਇਸ ਚੀਜ਼ ਨੂੰ ਲੈ ਕੇ ਵੀ ਲਗਾਤਾਰ ਵਿਚਾਰ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਸ ਵਾਰ ਦਾ ਟਾਰਗੇਟ ਤੈਅ ਕੀਤਾ ਗਿਆ, ਜਿਸ ਦੇ ਮੁਤਾਬਕ 4,01,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ, ਉਹ ਟਾਰਗੇਟ ਅਜੇ ਪੂਰਾ ਨਹੀਂ ਹੋ ਸਕਿਆ ਤੇ ਸਾਲ ਖਤਮ ਹੋਣ ਦੇ ਵਿੱਚ ਸਿਰਫ 2 ਮਹੀਨੇ ਦਾ ਸਮਾਂ ਹੀ ਰਹਿ ਗਿਆ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਕੈਨੇਡਾ ਸਰਕਾਰ ਕੋਈ ਵੱਡਾ ਸਰਪ੍ਰਾਈਜ਼ ਐਲਾਨ ਕਰੇ, ਜਾਂ ਤਾਂ ਉਹਨਾਂ ਵੱਲੋਂ ਫਰਵਰੀ 13 ਵਰਗਾ ਕੁਝ ਕੀਤਾ ਜਾ ਸਕਦਾ ਹੈ ਜਾਂ ਫਿਰ ਕੋਈ ਪ੍ਰੋਗਰਾਮ ਲਿਆਂਦਾ ਜਾ ਸਕਦਾ ਹੈ। ਪਰ ਫਿਲਹਾਲ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਓਨਟਾਰੀਓ ਵੱਲੋਂ ਜੋ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ, ਉਸ ਦੇ ਅਗਲੇ ਪੜਾਅ ਦੇ ਉੱਪਰ ਕੁਝ ਸਮੇਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ। ਇਹ ਜੋ ਅਗਲਾ ਪੜਾਅ ਪ੍ਰੋਵਿੰਸ ਦੇ ਵਿੱਚ ਲਾਗੂ ਹੋਣਾ ਸੀ, ਉਸ ਨੂੰ ਹੋਰ 28 ਦਿਨਾਂ ਦੇ ਲਈ ਅੱਗੇ ਵਧਾ ਦਿੱਤਾ ਗਿਆ ਹੈ। ਦਰਅਸਲ ਇੱਥੇ ਜੋ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ, ਉਸ ਤੋਂ ਬਾਅਦ ਜੋ ਕੈਪੈਸਿਟੀ ਲਿਮਿਟ ਹਟਾਈ ਜਾਣੀ ਸੀ, ਫਿਲਹਾਲ ਅਜੇ ਉਹ ਨਹੀਂ ਹਟਾਈ ਜਾਵੇਗੀ। ਓਨਟਾਰੀਓ ਤੋਂ ਰੀਓਪਨਿੰਗ ਪਲਾਨ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿਸ ਦੇ ਮੁਤਾਬਕ ਹੁਣ ਓਨਟਾਰੀਓ ਵੱਲੋਂ ਅਗਲੇ ਰੀਓਪਨਿੰਗ ਪਲਾਨ ਦੇ ਸਟੈਪ ਦੇ ਉੱਪਰ ਕੁਝ ਸਮੇਂ ਦੇ ਲਈ ਪੌਜ਼ ਲਗਾ ਦਿੱਤਾ ਗਿਆ ਹੈ। ਦਰਅਸਲ ਓਨਟਾਰੀਓ ਦੇ ਵਿੱਚ ਜੋ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਲੱਗੇ ਨੇ, ਉਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੋਵਿੰਸ ਦੇ ਵੱਲੋਂ ਰੀਓਪਨਿੰਗ ਪਲਾਨ ਦੇ ਅਗਲੇ ਪੜਾਅ ਦੇ ਉੱਪਰ ਰੋਕ ਲਗਾ ਦਿੱਤੀ ਹੈ। ਜੋ ਓਨਟਾਰੀਓ ਵੱਲੋਂ ਯੋਜਨਾ ਸਾਂਝੀ ਕੀਤੀ ਗਈ ਸੀ, ਉਸ ਦੇ ਮੁਤਾਬਕ ਨਵੰਬਰ 15 ਤੋਂ ਜਿਹੜੀਆਂ ਹਾਈ ਰਿਸਕ ਸੈਟਿੰਗਸ ਦੇ ਵਿੱਚ ਪ੍ਰੂਫ ਆਫ ਵੈਕਸੀਨੇਸ਼ਨ ਮੰਗਿਆ ਜਾਂਦਾ ਹੈ, ਉਥੋਂ ਕੈਪੈਸਿਟੀ ਲਿਮਿਟ ਹਟਾਈ ਜਾਣੀ ਸੀ। ਪਰ ਹੁਣ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਸ ਪੜਾਅ ਨੂੰ ਅਗਲੇ 28 ਦਿਨਾਂ ਦੇ ਲਈ ਹੋਰ ਅੱਗੇ ਪਾ ਦਿੱਤਾ ਗਿਆ ਹੈ। ਓਨਟਾਰੀਓ ਦੇ ਰੀਓਪਨਿੰਗ ਪਲਾਨ ਦੇ ਵਿੱਚ ਹੋਰ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ। ਹੈਲਥ ਆਫੀਸ਼ੀਅਲਸ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਵਿੱਚ ਉਹਨਾਂ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਹੁਣ ਓਨਟਾਰੀਓ ਦੇ ਵਿੱਚ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਇਹ ਵੀ ਦੇਖਿਆ ਗਿਆ ਕਿ 500 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਨੂੰ ਲੈ ਕੇ ਹੁਣ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਓਨਟਾਰੀਓ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਸੀ, ਜਿਸ ਦੇ ਮੁਤਾਬਕ ਹੌਲੀ-ਹੌਲੀ ਪ੍ਰੋਵਿੰਸ ਦੇ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਰੀਓਪਨਿੰਗ ਪਲਾਨ ਦੇ ਅਗਲੇ ਪੜਾਅ ਦੇ ਮੁਤਾਬਕ 15 ਨਵੰਬਰ ਤੋਂ ਕੁਝ ਥਾਵਾਂ ਤੋਂ ਜੋ ਕੈਪੈਸਿਟੀ ਲਿਮਿਟ ਸੀ, ਉਸ ਨੂੰ ਹਟਾਇਆ ਜਾਣਾ ਸੀ। ਪਰ ਕਿਉਂਕਿ ਇੱਥੇ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਰਫ਼ਤਾਰ ਫੜਨ ਲੱਗੇ ਨੇ, ਇਸ ਦੇ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ ਹੈ। ਅਮਰੀਕਾ ਦੇ ਵਿੱਚ ਮਹਿੰਗਾਈ ਦੇ ਰਿਕਾਰਡ ਟੁੱਟੇ। ਅਕਤੂਬਰ ਮਹੀਨੇ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ, ਉਸ ਦੇ ਵਿੱਚ ਵੱਧ ਇਨਫਲੇਸ਼ਨ ਰੇਟ ਦਰਜ ਕੀਤਾ ਗਿਆ। ਜੋ ਪਿਛਲੇ ਕਈ ਸਾਲਾਂ ਦੇ ਰਿਕਾਰਡ ਹਨ, ਉਹ ਟੁੱਟ ਗਏ। ਨਾਲ ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਚਾਹੇ ਪਹਿਲਾਂ ਦੇ ਮੁਕਾਬਲੇ ਨੌਕਰੀਆਂ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਕਈ ਕੰਪਨੀਆਂ ਨੇ ਜਿਨ੍ਹਾਂ ਨੂੰ ਅਜੇ ਵੀ ਵਰਕਰਸ ਦੀ ਘਾਟ ਨਜ਼ਰ ਆ ਰਹੀ ਹੈ। ਅਕਤੂਬਰ ਮਹੀਨੇ ਦੇ ਵਿੱਚ ਅਮਰੀਕਾ ਅੰਦਰ ਜੋ ਇਨਫਲੇਸ਼ਨ ਰੇਟ ਦਰਜ ਕੀਤਾ ਗਿਆ, ਉਸਨੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ।
ਅਕਤੂਬਰ ਮਹੀਨੇ 30 ਸਾਲਾਂ ਤੋਂ ਬਾਅਦ ਸਭ ਤੋਂ ਵੱਡਾ ਇਨਫਲੇਸ਼ਨ ਰੇਟ ਦਰਜ ਕੀਤਾ ਗਿਆ। ਅਮਰੀਕਾ ਦੇ ਵਿੱਚ ਸਤੰਬਰ ਮਹੀਨੇ ਕੰਜ਼ਿਊਮਰ ਪ੍ਰਾਈਸ ਇੰਡੈਕਸ 5.4% ਦੱਸਿਆ ਗਿਆ ਸੀ। ਡਿਪਾਰਟਮੈਂਟ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਤੰਬਰ ਤੋਂ ਅਕਤੂਬਰ ਮਹੀਨੇ ਦੌਰਾਨ ਪ੍ਰਾਈਸਿਸ ਦੇ ਵਿੱਚ 0.9% ਦਾ ਵਾਧਾ ਦਰਜ ਕੀਤਾ ਗਿਆ। ਸਤੰਬਰ ਤੋਂ ਅਕਤੂਬਰ ਮਹੀਨੇ ਦੌਰਾਨ ਕੋਰ ਪ੍ਰਾਈਸਿਸ ਦੇ ਵਿੱਚ 0.6% ਦਾ ਵਾਧਾ ਦੱਸਿਆ ਗਿਆ। ਪਿਛਲੇ ਸਾਲ ਦੇ ਮੁਕਾਬਲੇ ਕੋਰ ਪ੍ਰਾਈਸਿਸ ਦੇ ਵਿੱਚ 4.6% ਦਾ ਉਛਾਲ ਵੀ ਦੱਸਿਆ ਗਿਆ। ਸਤੰਬਰ ਤੋਂ ਅਕਤੂਬਰ ਮਹੀਨੇ ਦੌਰਾਨ ਐਨਰਜੀ ਕੋਸਟ 4.8% ਵੱਧ ਹੋਈ। ਦੱਸੀਏ ਕਿ ਅਮਰੀਕਾ ਦੇ ਵਿੱਚ ਕਈ ਅਜਿਹੀਆਂ ਕੰਮ ਵਾਲੀਆਂ ਥਾਵਾਂ ਹਨ ਜਿੱਥੇ ਕਰਮਚਾਰੀਆਂ ਨੂੰ ਅਟਰੈਕਟ ਕੀਤਾ ਜਾ ਰਿਹਾ ਹੈ। ਉਦਾਹਰਣ ਦੇ ਤੌਰ ਤੇ ਉੱਪਰ ਮੈਕਡੋਨਲਡ ਦੇ ਵੱਲੋਂ ਆਪਣੇ ਕਰਮਚਾਰੀਆਂ ਦੀ ਪੇ ਦੇ ਵਿੱਚ 10 ਤੋਂ 15% ਦਾ ਵਾਧਾ ਕੀਤਾ ਤਾਂ ਕਿ ਉਹ ਵਰਕਰਸ ਨੂੰ ਆਕਰਸ਼ਿਤ ਕਰ ਸਕਣ। ਅਮਰੀਕਾ ਦੇ ਵਿੱਚ ਚਾਹੇ ਪਹਿਲਾਂ ਦੇ ਮੁਕਾਬਲੇ ਨੌਕਰੀਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ, ਪਰ ਫਿਰ ਵੀ ਇੱਕ ਚੀਜ਼ ਦੇਖਣ ਦੇ ਵਿੱਚ ਮਿਲ ਰਹੀ ਹੈ ਕਿ ਕਈ ਅਜਿਹੀਆਂ ਕੰਮ ਵਾਲੀਆਂ ਥਾਵਾਂ ਨੇ ਜਿੱਥੇ ਕਰਮਚਾਰੀਆਂ ਦੀ ਘਾਟ ਨਜ਼ਰ ਆ ਰਹੀ ਹੈ। ਅਜਿਹੇ ਦੇ ਵਿੱਚ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਦੇ ਵਾਸਤੇ ਕੰਪਨੀਆਂ ਵੱਲੋਂ ਕਈ ਤਰੀਕੇ ਅਪਣਾਏ ਜਾ ਰਹੇ ਹਨ। ਟਿਮ ਹਾਰਟਨਸ ਦੇ ਵੱਲੋਂ ਗ੍ਰਾਹਕਾਂ ਨੂੰ ਹੋਰ ਆਕਰਸ਼ਿਤ ਕਰਨ ਦੇ ਵਾਸਤੇ ਇੱਕ ਕਦਮ ਚੁੱਕਿਆ ਗਿਆ, ਜਿੱਥੇ ਉਹਨਾਂ ਵੱਲੋਂ ਜਸਟਿਨ ਬੀਬਰ ਦੇ ਨਾਲ ਹੱਥ ਮਿਲਾਇਆ ਗਿਆ। ਹੁਣ ਇਹ ਮਕਸਦ ਹੋਵੇਗਾ ਕਿ ਅਮਰੀਕਾ ਦੇ ਵਿੱਚ ਵੀ ਟਿਮ ਹਾਰਟਨਸ ਦਾ ਹੋਰ ਜ਼ਿਆਦਾ ਪ੍ਰਚਾਰ ਹੋ ਸਕੇ, ਤਾਂ ਹੀ ਉਹਨਾਂ ਵੱਲੋਂ ਸੈਲੀਬ੍ਰਿਟੀ ਨੂੰ ਐਂਡੋਰਸ ਕੀਤਾ ਗਿਆ। ਯੰਗਰ ਕੰਜ਼ਿਊਮਰਸ ਤੱਕ ਆਪਣੀ ਹੋਰ ਵੀ ਪਹੁੰਚ ਬਣਾਉਣ ਦੇ ਵਾਸਤੇ ਟਿਮ ਹਾਰਟਨਸ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ। ਟਿਮ ਹਾਰਟਨਸ ਦੇ ਵੱਲੋਂ ਯੰਗਰ ਕੰਜ਼ਿਊਮਰਸ ਨੂੰ ਅਪੀਲ ਕਰਨ ਸੰਬੰਧੀ ਹੁਣ ਜਸਟਿਨ ਬੀਬਰ ਦੇ ਨਾਲ ਪਾਰਟਨਰ ਕੀਤਾ ਗਿਆ। ਜੀ ਹਾਂ, ਟਿਮ ਹਾਰਟਨ ਦੇ ਵੱਲੋਂ ਪੌਪ ਸੁਪਰਸਟਾਰ ਜਸਟਿਨ ਬੀਬਰ ਦੇ ਨਾਲ ਟੀਮ ਅਪ ਕਰਕੇ ਟਿਮਬਿਟ ਦੇ 3 ਹੋਰ ਨਵੇਂ ਫਲੇਵਰ ਲਿਆਂਦੇ ਗਏ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕੋ-ਬ੍ਰਾਂਡਡ ਮਰਚੈਂਡਾਈਜ਼ ਵੀ ਲਿਆਂਦੀ ਗਈ ਹੈ। ਹੁਣ ਜੋ ਟਿਮ ਹਾਰਟਨਸ ਦੇ ਵੱਲੋਂ ਸੈਲੀਬ੍ਰਿਟੀ ਇੰਡੋਰਸਮੈਂਟ ਕੀਤੀ ਗਈ ਹੈ, ਇਸ ਦੇ ਨਾਲ ਉਹਨਾਂ ਵੱਲੋਂ ਹੋਰ ਵੀ ਨਵੇਂ ਕੰਜ਼ਿਊਮਰਸ ਨੂੰ ਅਟਰੈਕਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟਿਮ ਹਾਰਟਨਸ ਨੂੰ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਬ੍ਰਾਂਡ ਅਵੇਅਰਨੈਸ ਸੰਬੰਧੀ ਮਦਦ ਮਿਲੇਗੀ। ਇਸ ਬਾਰੇ ਵਿੰਡਰ ਦਾ ਕਹਿਣਾ ਹੈ ਕਿ ਯੂਐਸ ਕਾਫੀ ਜ਼ਿਆਦਾ ਕਰਾਊਡਡ ਮਾਰਕੀਟ ਹੈ। ਟਿਮ ਹਾਰਟਨਸ ਦੇ ਵੱਲੋਂ ਇੱਥੇ ਕਾਫੀ ਸਟਰਗਲ ਕੀਤਾ ਗਿਆ। ਹੁਣ ਕਿਉਂਕਿ ਜਸਟਿਨ ਬੀਬਰ ਯੂਐਸ ਦੇ ਵਿੱਚ ਵੀ ਕਾਫੀ ਪ੍ਰਸਿੱਧ ਹਨ, ਤਾਂ ਇਸ ਦੇ ਨਾਲ ਟਿਮ ਹਾਰਟਨ ਨੂੰ ਹੀ ਮਦਦ ਮਿਲੇਗੀ। ਹੁਣ ਜਦੋਂ ਜਸਟਿਨ ਬੀਬਰ ਦੇ ਨਾਲ ਟਿਮ ਹਾਰਟਨਸ ਦੇ ਵੱਲੋਂ ਹੱਥ ਮਿਲਾਏ ਗਏ, ਤਾਂ ਉਸ ਤੋਂ ਬਾਅਦ ਜਸਟਿਨ ਬੀਬਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਟਿਮ ਹਾਰਟਨਸ ਦੇ ਬਾਰੇ ਪੋਸਟਾਂ ਸਾਂਝੀਆਂ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 2019 ਦੇ ਵਿੱਚ ਕੰਪਨੀ ਵੱਲੋਂ ਸ਼ੌਨ ਮੈਂਡਸ ਦੇ ਨਾਲ ਟੀਮ ਅਪ ਕੀਤਾ ਗਿਆ ਸੀ। ਕਿਊਬਿਕ ਤੋਂ ਬੂਸਟਰ ਸ਼ਾਟ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਹੁਣ ਜਿਨ੍ਹਾਂ ਦੀ ਉਮਰ 70 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਉਹ ਬੂਸਟਰ ਸ਼ਾਟ ਦੇ ਵਾਸਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਪਰ ਇਸ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਵੀ ਇਸ ਦੇ ਵਾਸਤੇ ਰਜਿਸਟਰ ਕਰਵਾਉਣਗੇ, ਉਹਨਾਂ ਦੇ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ 6 ਮਹੀਨੇ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ। ਕਿਊਬਿਕ ਤੋਂ ਕੋਵਿਡ-19 ਵੈਕਸੀਨ ਦੇ ਤੀਸਰੇ ਡੋਜ਼ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਕਿਊਬਿਕ ਦੇ ਵਿੱਚ ਜਿਨ੍ਹਾਂ ਦੀ ਉਮਰ 70 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਉਹ ਤੀਸਰੇ ਡੋਜ਼ ਦੇ ਵਾਸਤੇ ਬੁਕਿੰਗ ਕਰਵਾ ਸਕਦੇ ਨੇ। ਜੀ ਹਾਂ, ਨਵੰਬਰ 16 ਤੋਂ ਕਿਊਬਿਕ ਸਰਕਾਰ ਵੱਲੋਂ 70 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਪਰਮਿਸ਼ਨ ਦਿੱਤੀ ਜਾ ਰਹੀ ਹੈ ਕਿ ਉਹ ਕੋਵਿਡ-19 ਵੈਕਸੀਨ ਦੇ ਤੀਸਰੇ ਡੋਜ਼ ਦੇ ਵਾਸਤੇ ਬੁਕਿੰਗ ਕਰਵਾ ਲੈਣ। ਪ੍ਰੋਵਿੰਸੀ ਇਮਿਊਨਾਈਜੇਸ਼ਨ ਕਮੇਟੀ ਦੇ ਵੱਲੋਂ ਬੂਸਟਰ ਸ਼ਾਟ ਨੂੰ ਲੈ ਕੇ ਰეკਮੈਂਡੇਸ਼ਨ ਜਾਰੀ ਕੀਤੀ ਗਈ ਹੈ। ਇਸ ਕਮੇਟੀ ਦਾ ਕਹਿਣਾ ਹੈ ਕਿ ਬੂਸਟਰ ਸ਼ਾਟ ਦੇ ਨਾਲ ਕੋਰੋਨਾ ਵਾਇਰਸ ਦੇ ਖਿਲਾਫ ਹੋਰ ਵੀ ਸੁਰੱਖਿਆ ਮਿਲੇਗੀ। ਹੁਣ ਪ੍ਰੋਵਿੰਸ ਦੇ ਵਿੱਚ ਜਿਨ੍ਹਾਂ ਦੀ ਉਮਰ 70 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਉਹ ਕੋਵਿਡ-19 ਵੈਕਸੀਨ ਦੇ ਬੂਸਟਰ ਸ਼ਾਟ ਦੇ ਵਾਸਤੇ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ। ਪ੍ਰੋਵਿੰਸ ਵੱਲੋਂ ਇਸ ਬਾਰੇ ਹੋਰ ਜੋ ਜਾਣਕਾਰੀ ਦਿੱਤੀ ਗਈ, ਉਸ ਦੇ ਮੁਤਾਬਕ ਜਿਨ੍ਹਾਂ ਨੇ ਐਸਟ੍ਰਾਜੈਨੇਕਾ ਵੈਕਸੀਨ ਦੇ ਦੋਨੋਂ ਸ਼ਾਟ ਹਾਸਿਲ ਕੀਤੇ ਨੇ, ਉਹ ਵੀ ਜਲਦ ਹੀ ਬੂਸਟਰ ਸ਼ਾਟ ਦੇ ਵਾਸਤੇ ਐਲੀਜੀਬਲ ਹੋ ਜਾਣਗੇ। ਆਉਣ ਵਾਲੇ ਸਮੇਂ ਦੌਰਾਨ ਜਿਹੜੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਸੀਨੀਅਰਸ ਰਹਿੰਦੇ ਨੇ, ਉਹਨਾਂ ਦੇ ਵਾਸਤੇ ਵੀ ਇਹ ਬੂਸਟਰ ਸ਼ਾਟ ਲਿਆਂਦਾ ਜਾਵੇਗਾ। The CEQ recommend that for the moment, people that are age 70 and over can receive a booster dose if they wish, respecting an interval of at least 6 months since the last dose. This recommendation is based on the fact that the vaccine protection tend to decrease slightly in people age 80 and over. At this time, however, it's not necessary to offer a booster dose to people under the age of 70, as we have no evidence of diminished immunity in this large group. As we have done from the start, people will be able to make an appointment directly on Click Santé by age group, and there is a calendar that will be on our website. November 16, 80 and up, 75 years and over, November 18, and November 23rd for those that are 70 and over. Click Santé will calculate the 6-month deadline, so please do not go
if you're not at this time yet or if you have not had the interval yet. And experts also recommend that people that have been vaccinated twice by AstraZeneca or Covishield should get also that booster shot. ਬ੍ਰਿਟਿਸ਼ ਕੋਲੰਬੀਆ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਅਜੇ ਵੀ ਕਈ ਅਜਿਹੇ ਹੈਲਥ ਵਰਕਰਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ। ਪ੍ਰੋਵਿੰਸ ਦਾ ਕਹਿਣਾ ਹੈ ਕਿ ਜਿਹੜੇ ਅਨਵੈਕਸੀਨੇਟਡ ਹੈਲਥ ਕੇਅਰ ਵਰਕਰਸ ਹਨ ਉਹਨਾਂ ਉੱਪਰ ਪਿਛਲੇ ਦਿਨੀ ਕਾਰਵਾਈ ਕੀਤੀ ਗਈ ਤੇ ਉਹਨਾਂ ਨੂੰ ਅਨਪੇਡ ਲੀਵ ਦੇ ਉੱਪਰ ਭੇਜਿਆ ਗਿਆ ਹੈ। ਨਾਲ ਹੀ ਸੂਬੇ ਵੱਲੋਂ ਜੌਨਸਨ ਟੀਕੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਜਲਦ ਹੀ ਪਹਿਲ ਦੇ ਆਧਾਰ ਦੇ ਉੱਪਰ ਹੈਲਥ ਕੇਅਰ ਵਰਕਰਸ ਨੂੰ ਇਹ ਟੀਕਾ ਲਗਾਇਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਤੋਂ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਅਜੇ ਵੀ ਕਈ ਅਜਿਹੇ ਹੈਲਥ ਕੇਅਰ ਵਰਕਰਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ। ਆਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ 3000 ਤੋਂ ਵੱਧ ਅਨਵੈਕਸੀਨੇਟਡ ਹੈਲਥ ਕੇਅਰ ਵਰਕਰਸ ਨੂੰ ਅਨਪੇਡ ਲੀਵ ਦੇ ਉੱਪਰ ਭੇਜ ਦਿੱਤਾ ਗਿਆ। ਇਸ ਬਾਰੇ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ 1032 ਕੈਜੂਅਲ ਸਟਾਫ, 999 ਫੁੱਲ ਟਾਈਮ ਸਟਾਫ, 819 ਪਾਰਟ ਟਾਈਮ ਸਟਾਫ ਅਤੇ 16 ਜਿਨ੍ਹਾਂ ਦੀ ਨੌਕਰੀ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਉਹਨਾਂ ਦੇ ਉੱਪਰ ਵੈਕਸੀਨੇਸ਼ਨ ਦੇ ਸੰਬੰਧ ਦੇ ਵਿੱਚ ਕਾਰਵਾਈ ਕੀਤੀ ਗਈ। ਪ੍ਰੋਵਿੰਸ ਦੇ ਵੱਲੋਂ ਹੈਲਥ ਕੇਅਰ ਵਰਕਰਸ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ। ਇਸ ਤੋਂ ਬਾਅਦ ਜਿਹੜੇ ਵਰਕਰਸ ਨੇ ਕਰੋਨਾ ਟੀਕਾ ਨਹੀਂ ਲਗਾਇਆ ਉਹਨਾਂ ਦੇ ਉੱਪਰ ਪ੍ਰੋਵਿੰਸ ਦੇ ਵੱਲੋਂ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਕਸੀਨੇਸ਼ਨ ਰੇਟ ਅੰਦਰ ਹੋਰ ਵੀ ਵਾਧਾ ਕਰਨ ਦੇ ਵਾਸਤੇ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਸ਼ਿਪਮੈਂਟ ਜਲਦ ਹੀ ਐਕਸਪੈਕਟ ਕੀਤੀ ਜਾ ਰਹੀ ਹੈ। ਜਿਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਬੋਨੀ ਹੈਨਰੀ ਦਾ ਕਹਿਣਾ ਹੈ ਕਿ ਇਹ ਵੈਕਸੀਨ ਪਹਿਲ ਦੇ ਆਧਾਰ ਦੇ ਉੱਪਰ ਅਨਵੈਕਸੀਨੇਟਡ ਹੈਲਥ ਕੇਅਰ ਵਰਕਰਸ ਨੂੰ ਆਫਰ ਕੀਤੀ ਜਾਵੇਗੀ। ਪ੍ਰੋਵਿੰਸ ਦੇ ਵੱਲੋਂ ਜੋ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ 3325 ਹੈਲਥ ਕੇਅਰ ਵਰਕਰਸ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਕਰੋਨਾ ਟੀਕਾ ਨਹੀਂ ਲਗਵਾਇਆ। 3,071 not vaccinated healthcare workers to whom the order applied. That is the order of 2 weeks ago today. 1,032 of those are casuals, 989 are full-time, 819 are part-time, and there are 16 that are not identified. So that gives you a sense of the impact, the FTE impact of the healthcare mandates, vaccine mandates or proof of vaccination mandates. And then by job category, just to give you the job categories that have come together that are over 1,000, so they're not identifying to any group. If you look at allied health, there are 20,379. Often allied health is represented by the Health Sciences Association. There are only 420 unvaccinated people in this category. That's 2%. In emergency medicine and critical care, 1,445 people in the category, 28 not vaccinated, 2%. In general medicine, 5,445 in the category, 105 not vaccinated, that's 2%. Healthcare assistants, that includes those in the communities who have a slightly higher rate of not being vaccinated, and care aides in acute care facilities principally, is 7,548, of whom 247 are not vaccinated, or 3%. In internal medicine, 1,703. And we'll be providing this to all of you. 19 not vaccinated, or 1%. In nursing, 40,181 nurses, that's registered nurses, LPNs, nurse practitioners, 40,181, 906 not vaccinated, 2%. Paramedics, 2,837. In category 86 not vaccinated, or 3%. Resident doctors, 1,366 in the province, 10 not vaccinated. ਮੈਨੀਟੋਬਾ ਤੋਂ ਬੂਸਟਰ ਸ਼ਾਟ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਕੌਣ ਇਹ ਬੂਸਟਰ ਸ਼ਾਟ ਹਾਸਲ ਕਰ ਸਕਦੇ ਨੇ। ਮੈਨੀਟੋਬਾ ਦੇ ਵਿੱਚ ਜਿਹੜੇ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਨੇ ਉਹ ਇਸ ਬੂਸਟਰ ਸ਼ਾਟ ਨੂੰ ਹਾਸਲ ਕਰਨ ਦੇ ਲਈ ਐਲੀਜੀਬਲ ਹੋਣਗੇ। ਕੈਨੇਡਾ ਦੇ ਪ੍ਰੋਵਿੰਸਸ ਦੇ ਵੱਲੋਂ ਕੋਵਿਡ-19 ਬੂਸਟਰ ਸ਼ਾਟ ਦੇ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹੁਣ ਤਾਜ਼ਾ ਜਾਣਕਾਰੀ ਮੈਨੀਟੋਬਾ ਤੋਂ ਸਾਹਮਣੇ ਆਈ ਜਿਸ ਦੇ ਮੁਤਾਬਕ ਇੱਥੇ ਬੂਸਟਰ ਸ਼ਾਟ ਹਾਸਲ ਕਰਨ ਦੇ ਵਾਸਤੇ ਹਰ ਕੋਈ ਐਲੀਜੀਬਲ ਹੈ। ਜੀ ਹਾਂ, ਮੈਨੀਟੋਬਾ ਦੇ ਵਿੱਚ ਜਿਨ੍ਹਾਂ ਦੀ ਉਮਰ 18 ਸਾਲ ਜਾਂ ਫਿਰ ਇਸ ਤੋਂ ਵੱਧ ਹੈ ਉਹ ਹੁਣ ਬੂਸਟਰ ਸ਼ਾਟ ਹਾਸਲ ਕਰ ਸਕਦੇ ਹਨ। ਦੱਸ ਦਈਏ ਕਿ ਇਹ ਫੈਸਲਾ ਉਦੋਂ ਸਾਹਮਣੇ ਆਇਆ ਜਦੋਂ ਹੈਲਥ ਕੈਨੇਡਾ ਦੇ ਵੱਲੋਂ ਫਾਈਜ਼ਰ ਵੈਕਸੀਨ ਬੂਸਟਰ ਸ਼ਾਟ ਨੂੰ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਮਾਨਤਾ ਦਿੱਤੀ ਗਈ। ਹੁਣ ਜ਼ਰੂਰੀ ਹੈ ਕਿ ਜਿਹੜੇ ਬੂਸਟਰ ਸ਼ਾਟ ਲਗਵਾਉਣਾ ਚਾਹੁੰਦੇ ਨੇ ਉਹਨਾਂ ਦੇ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ 6 ਮਹੀਨੇ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ। ਖਾਸ ਤੌਰ ਦੇ ਉੱਪਰ ਤੀਜਾ ਟੀਕਾ ਉਹਨਾਂ ਨੂੰ ਰეკਮੈਂਡ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੈ ਜਾਂ ਫਿਰ ਜਿਨ੍ਹਾਂ ਨੂੰ ਜਲਦ ਕਰੋਨਾ ਵਾਇਰਸ ਹੋਣ ਦਾ ਸ਼ੱਕ ਹੈ। ਬਹੁਤ ਸਾਰੇ ਪ੍ਰੋਵਿੰਸ ਅਜਿਹੇ ਹਨ ਜਿਨ੍ਹਾਂ ਦੇ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਬੂਸਟਰ ਸ਼ਾਟ ਰეკਮੈਂਡ ਕੀਤਾ ਜਾ ਰਿਹਾ ਹੈ।
ਹੁਣ ਮੈਨੀਟੋਬਾ ਤੋਂ ਇਲਾਵਾ ਕਈ ਅਜਿਹੇ ਪ੍ਰੋਵਿੰਸ ਨੇ ਜਿਨ੍ਹਾਂ ਵੱਲੋਂ ਬੂਸਟਰ ਸ਼ਾਟ ਦੇ ਬਾਰੇ ਅਪਡੇਟ ਸਾਂਝੀ ਕੀਤੀ ਗਈ ਹੈ। ਓਨਟਾਰੀਓ ਵੱਲੋਂ ਵੀ ਹਾਲ ਹੀ ਦੇ ਵਿੱਚ ਇਸ ਦੀ ਯੋਜਨਾ ਸਾਂਝੀ ਕੀਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੈਨੀਟੋਬਾ ਨੂੰ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਜੌਨਸਨ ਵੈਕਸੀਨ ਦੀ ਸ਼ਿਪਮੈਂਟ ਮਿਲਣ ਵਾਲੀ ਹੈ। ਪ੍ਰੋਵਿੰਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੁਝ ਸਮੇਂ ਦੇ ਵਿੱਚ 2250 ਡੋਜ਼ਸ ਮਿਲ ਸਕਦੀਆਂ ਨੇ। ਰਾਤ ਸਮੇਂ ਇੱਕ ਹਾਦਸਾ ਵਾਪਰਿਆ ਜਿਸ ਬਾਰੇ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਦੇ ਵਿੱਚ ਟੀਨੇਜਰ ਬੱਚੇ ਦੀ ਮੌਤ ਹੋ ਗਈ ਜਿਸ ਦੀ ਉਮਰ 17 ਸਾਲ ਦੱਸੀ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਲੈਂਗਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਰਾਤ ਸਮੇਂ ਹਾਦਸਾ ਵਾਪਰਿਆ। ਇਸ ਦੌਰਾਨ ਇੱਕ ਟੀਨੇਜਰ ਦੀ ਮੌਤ ਹੋ ਗਈ। ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਲੈਂਗਲੀ ਦੇ ਵਿੱਚ ਅੱਧੀ ਰਾਤ ਨੂੰ ਇੱਕ ਹਾਦਸਾ ਵਾਪਰਿਆ ਜਿਸ ਦੌਰਾਨ ਇੱਕ ਟੀਨੇਜਰ ਦੀ ਮੌਤ ਹੋ ਗਈ ਹੈ। ਇਸ ਟੀਨੇਜਰ ਲੜਕੇ ਦੀ ਉਮਰ 17 ਸਾਲ ਦੇ ਕਰੀਬ ਦੱਸੀ ਗਈ ਹੈ। ਫਿਲਹਾਲ ਲੈਂਗਲੀ RCMP ਵੱਲੋਂ ਇਸ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਮੌਕੇ ਵਾਲੀ ਥਾਂ ਦੇ ਉੱਪਰ RCMP ਨੂੰ ਅਸਿਸਟ ਕਰਨ ਦੇ ਵਾਸਤੇ ਇੰਟੀਗ੍ਰੇਟਿਡ ਕੋਲੀਜਨ ਐਨਾਲਿਸਟ ਐਂਡ ਕੰਸਟਰਕਸ਼ਨ ਸਰਵਿਸਿਜ਼ ਟੀਮ ਨੂੰ ਬੁਲਾਇਆ ਗਿਆ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਇਸ ਬਾਰੇ ਲੈਂਗਲੀ RCMP ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ 6045323200 ਦੇ ਉੱਪਰ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਦੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਸਕਦੀ ਹੈ। ਪੁਲਿਸ ਵੱਲੋਂ ਜਾਂਚ ਦੌਰਾਨ ਘਟਨਾ ਵਾਲੀ ਥਾਂ ਨੂੰ ਕੁਝ ਸਮੇਂ ਦੇ ਲਈ ਬੰਦ ਰੱਖਿਆ ਗਿਆ ਪਰ ਬਾਅਦ ਦੇ ਵਿੱਚ ਟ੍ਰੈਫਿਕ ਦੇ ਲਈ ਇਸ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ। ਕੋਵਿਡ-19 ਵੈਕਸੀਨ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਵੱਡੀ ਗਿਣਤੀ ਇਸ ਸਮੇਂ ਕੈਨੇਡੀਅਨਸ ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਕਰ ਲਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਪਿਛਲੇ ਦਿਨੀ ਖੁਸ਼ਖਬਰੀ ਸਾਂਝੀ ਕੀਤੀ ਗਈ ਸੀ ਕਿ 85% ਤੋਂ ਵੱਧ ਕੈਨੇਡੀਅਨ ਇਸ ਸਮੇਂ ਫੁੱਲੀ ਵੈਕਸੀਨੇਟਡ ਹਨ। ਕੈਨੇਡਾ ਦੇ ਵਿੱਚ ਕਾਫੀ ਲੋਕ ਇਸ ਸਮੇਂ ਫੁੱਲੀ ਵੈਕਸੀਨੇਟਡ ਹਨ। ਇੱਥੇ ਵੱਧ ਗਿਣਤੀ ਲੋਕਾਂ ਦੇ ਵੱਲੋਂ ਕੋਵਿਡ-19 ਵੈਕਸੀਨ ਲਗਾਈ ਗਈ ਹੈ। ਜਾਣਕਾਰੀ ਮੁਤਾਬਕ 99.45% ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ। ਇਸ ਤੋਂ ਬਾਅਦ 85% ਤੋਂ ਵੱਧ ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 90.90%, ਅਲਬਰਟਾ ਦੇ ਵਿੱਚ 86.96%, ਸਸਕੈਚੁਆਨ ਦੇ ਵਿੱਚ 88.16%, ਮੈਨੀਟੋਬਾ ਦੇ ਵਿੱਚ 99.61%, ਓਨਟਾਰੀਓ ਵਿੱਚ 88.86%, ਕਿਊਬਿਕ ਵਿੱਚ 99.54%, ਨਿਊ ਬਰਨਸਵਿਕ ਦੇ ਵਿੱਚ 92.99%, ਨੋਵਾ ਸਕੋਸ਼ੀਆ ਦੇ ਵਿੱਚ 93.64%, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 96.26%, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 96.93%, ਯੂਕੌਨ ਦੇ ਵਿੱਚ 93.62%, ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 98.43%, ਨੁਨਾਵਤ ਦੇ ਵਿੱਚ 99.81% ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਇੱਕ ਡੋਜ਼ ਹਾਸਲ ਕੀਤੀ ਹੈ। ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 86.68%, ਅਲਬਰਟਾ ਵਿੱਚ 80.86%, ਸਸਕੈਚੁਆਨ ਦੇ ਵਿੱਚ 81.59%, ਮੈਨੀਟੋਬਾ ਵਿੱਚ 86.18%, ਓਨਟਾਰੀਓ ਵਿੱਚ 85.50%, ਕਿਊਬਿਕ ਦੇ ਵਿੱਚ 85.91%, ਨਿਊ ਬਰਨਸਵਿਕ ਦੇ ਵਿੱਚ 85.95%, ਨੋਵਾ ਸਕੋਸ਼ੀਆ ਦੇ ਵਿੱਚ 88.2%, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 91.20%, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 90.16%, ਯੂਕੌਨ ਵਿੱਚ 90.38%, ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 93.64%, ਨੁਨਾਵਤ ਦੇ ਵਿੱਚ 78.97% ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਸੂਬਿਆਂ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 454 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਨੇ ਤੇ ਇਹਨਾਂ 24 ਘੰਟਿਆਂ ਦੌਰਾਨ 9 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਪ੍ਰੋਵਿੰਸ ਦੇ ਵਿੱਚ ਹੁਣ ਤੱਕ ਕੁੱਲ 6,04,606 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਉਹਨਾਂ ਵਿੱਚ 211 ਅਨਵੈਕਸੀਨੇਟਡ, 11 ਪਾਰਸ਼ਲੀ ਵੈਕਸੀਨੇਟਡ ਅਤੇ 205 ਫੁੱਲੀ ਵੈਕਸੀਨੇਟਡ ਹਨ। ਇਹਨਾਂ 24 ਘੰਟਿਆਂ ਦੌਰਾਨ ਹੀ ਆਟਵਾ ਤੋਂ 43, ਟੋਰਾਂਟੋ ਤੋਂ 42, ਯਾਰਕ ਰੀਜਨ ਤੋਂ 34, ਪੀਲ ਰੀਜਨ ਤੋਂ 33, ਸਡਬਰੀ ਤੋਂ 29, ਨਾਇਗਰਾ ਤੋਂ 26 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ ਹੁਣ ਤੱਕ ਕੁੱਲ 9,912 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਓਨਟਾਰੀਓ ਦੇ ਵਿੱਚ ਵੱਡੀ ਗਿਣਤੀ ਲੋਕਾਂ ਦੇ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ। 85.1% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼ ਅਤੇ 88.5% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਹੈ। ਓਨਟਾਰੀਓ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ
5,90,641 ਹੈ, ਜਦਕਿ ਐਕਟਿਵ ਕੇਸਿਸ ਦੀ ਗਿਣਤੀ 4,053 ਹੈ। ਕਿਊਬਿਕ ਤੋਂ 24 ਘੰਟਿਆਂ ਦੌਰਾਨ 672 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਇੱਕ ਮੌਤ ਇਹਨਾਂ 24 ਘੰਟਿਆਂ ਦੌਰਾਨ ਵਾਇਰਸ ਦੇ ਕਾਰਨ ਦਰਜ ਕੀਤੀ ਗਈ ਹੈ। ਪ੍ਰੋਵਿੰਸ ਦੇ ਵਿੱਚ ਹੁਣ ਤੱਕ ਕੁੱਲ 4,31,612 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਤੇ 11,529 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਹਸਪਤਾਲ ਦੇ ਵਿੱਚ 220 ਮਰੀਜ਼ਾਂ ਦੀ ਗਿਣਤੀ ਦੱਸੀ ਗਈ, ਜਿਨ੍ਹਾਂ ਵਿੱਚੋਂ 45 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ। ਇੱਥੇ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 87% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ ਗਏ ਨੇ। ਕੈਨੇਡਾ ਵਿੱਚ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,229 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਐਕਟਿਵ ਕੇਸਿਸ ਦੀ ਗਿਣਤੀ 24,083 ਦੱਸੀ ਗਈ ਹੈ ਤੇ ਮਾਈਲਡ ਕੰਡੀਸ਼ਨ ਦੇ ਵਿੱਚ 23,513 ਮਰੀਜ਼ ਹਨ। ਸੀਰੀਅਸ ਕੰਡੀਸ਼ਨ ਦੇ ਵਿੱਚ 570 ਮਰੀਜ਼ ਦੱਸੇ ਗਏ। ਇਸ ਦੇ ਨਾਲ ਹੀ ਦੱਸ ਦਈਏ ਕਿ ਕੈਨੇਡਾ ਦੇ ਵਿੱਚ 1.6 ਮਿਲੀਅਨ ਤੋਂ ਵੱਧ ਰਿਕਵਰਡ ਕੇਸਿਸ ਦਾ ਅੰਕੜਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਦੇ ਉੱਪਰ। ਟਰੂਡੋ ਦੀ ਬਾਈਡਨ ਦੇ ਨਾਲ ਹੋਵੇਗੀ ਮੁਲਾਕਾਤ, ਦੋਹਾਂ ਨੇਤਾਵਾਂ ਦੀ ਪਹਿਲੀ ਵਾਰ ਹੋਵੇਗੀ ਮੀਟਿੰਗ। ਜਗਮੀਤ ਸਿੰਘ ਨੇ ਚੁੱਕੀ ਸਹੁੰ, ਪਤਨੀ ਦੇ ਨਾਲ ਸਾਂਝੀ ਕੀਤੀ ਤਸਵੀਰ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਅਜੇ ਵੀ ਨਹੀਂ ਨਿਕਲਿਆ ਵੱਡਾ ਡਰਾਅ। ਅਲਬਰਟਾ ਨੇ ਕੱਢਿਆ ਡਰਾਅ, 248 ਉਮੀਦਵਾਰਾਂ ਨੂੰ ਮਿਲੇ ਸੱਦੇ। ਪਾਬੰਦੀਆਂ ਹਟਾਉਣ ਬਾਰੇ ਓਨਟਾਰੀਓ ਤੋਂ ਜਾਣਕਾਰੀ, ਰੀਓਪਨਿੰਗ ਪਲਾਨ ਤੇ ਲੱਗੀ ਰੋਕ। ਅਮਰੀਕਾ ਦੇ ਵਿੱਚ ਟੁੱਟੇ ਮਹਿੰਗਾਈ ਦੇ ਰਿਕਾਰਡ, ਤਾਜ਼ਾ ਜਾਣਕਾਰੀ ਆਈ ਸਾਹਮਣੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।